सतनाम वाहिगुरु साहिब जी। सतनाम वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। पूरा प्रभ आराध्या पूरा जाका नाओ नानक पूरा पाया पूरे के गुण गाओ। सतनाम वाहिगुरु साहिब जी। सलोक महला पंजवा। पार ब्रह्म परमाया मिह बुठा सहज सभाए। अन्न धन बहुत उपजया प्रिथवी रजी तिपत अघाए। सदा सदा गुण उच्चरै दुख दार्द गया बिलाए। पूर्व लिखिया पाया मिलिया तिसै रजाए। परमेसर जी वालिया नानक तिसै ध्याए। पूर्व लिखिया पाया मिलिया तिसै रजाए। परमेसर जी वालिया नानक तिसै ध्याए। वाहिगुरु जी का खालसा वाहिगुरु जी की फतेह। जुगो जुग अटल चबर तख्त दे मालक दो जहान दे वाली लोक परलोक दे राखे। जाहरा जहूर हाजरा हजूर सर्ब कला भरपूर। जागदी जोत धन धन साहिब श्री गुरु ग्रंथ साहिब महाराज जी। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है। संगतां नूं अमृत वेले दे खुले दर्शन दीदारे बख्शे हन। आओ अमृत वेले की संभाल करते हुए साहिब श्री गुरु ग्रंथ साहिब महाराज जी के दर्शन दीदारे करते हुए गुरु ग्रंथ साहिब महाराज जी नूं शीस झुकाउंदे हुए सारी संगत गज के फतेह बुलाउणा करिए जी। वाहिगुरु जी का खालसा वाहिगुरु जी की फतेह। साहिब श्री गुरु ग्रंथ साहिब महाराज जी की पवित्र बाणी गौड़ी की वार दे अंदर महला पंजवा पंजवें पातशाह गुरु अर्जन देव महाराज जी शहीदां दे सरताज बाणी दे बोहित बाणी द्वारा उपदेश बख्शिश कर रहे हैं। परथाए साखी महापुरख बोलते सांझी सकल जहान है। जिथे भी गुरु साहब बाणी उचारण करते सी किसी मनोरथ नूं लैके बाणी उचारण करते सन। एक बार श्री ਅੰਮ੍ਰਿਤਸਰ ਸਾਹਿਬ विखे वरखा ना होने करके औड़ लग गई। एक बारी
ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਵਰਖਾ ਨਾ ਹੋਣ ਕਰਕੇ ਔੜ ਲੱਗ ਗਈ, ਮੀਂਹ ਨਾ ਪਿਆ। ਸਿੱਖ ਸੰਗਤਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਆਣ ਕੇ ਬੇਨਤੀ ਕੀਤੀ ਕਿ ਮਹਾਰਾਜ ਵਰਖਾ ਨਹੀਂ ਹੋ ਰਹੀ, ਜਿਸ ਕਰਕੇ ਸਭ ਖੇਤੀਆਂ ਸੁੱਕਦੀਆਂ ਜਾ ਰਹੀਆਂ ਹਨ। ਆਪ ਜੀ ਕਿਰਪਾ ਕਰੋ ਕਿ ਵਰਖਾ ਪੈ ਜਾਏ। ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਅਰਦਾਸ ਕਰੋ। ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਕੇ ਮੀਂਹ ਪਵਾ ਦੇਣਗੇ। ਅਰਦਾਸਾਂ ਬੇਨਤੀਆਂ ਕਰੋ ਹਰਿਮੰਦਰ ਸਾਹਿਬ ਜਾ ਕੇ। ਜਦੋਂ ਸੰਗਤਾਂ ਨੇ ਸਤਿਗੁਰਾਂ ਦਾ ਹੁਕਮ ਮੰਨ ਕੇ ਹਰਿਮੰਦਰ ਸਾਹਿਬ ਅਰਦਾਸ ਕੀਤੀ ਤਾਂ ਮੀਂਹ ਪੈ ਗਿਆ, ਜਿਸ ਕਰਕੇ ਸਭ ਔੜ ਚੁੱਕੀ ਗਈ। ਸਾਰੇ ਪਿਆਸੇ ਹਰਿਆਵਲਤਾ ਛਾ ਗਈ, ਸਾਰੀ ਧਰਤੀ ਤੇ ਹਰਿਆਵਲਤਾ ਛਾ ਗਈ। ਉਸ ਵੇਲੇ ਗੁਰੂ ਜੀ ਨੇ ਇਹ ਪਾਵਨ ਸ਼ਬਦ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਬੈਠ ਕੇ ਉਚਾਰਨ ਕੀਤਾ। ਮਹਾਰਾਜ ਜੀ ਬਾਣੀ ਦੁਆਰਾ ਕਥਨ ਕਰਦੇ ਹਨ, ਪਾਰ ਬ੍ਰਹਮ ਫਰਮਾਇਆ ਮੀਂਹੋਂ ਬੁੱਠਾ ਸਹਿਜ ਸੁਭਾਏ। ਹੈ ਭਾਈ ਪਾਰ ਬ੍ਰਹਮ ਪਰਮੇਸ਼ਰ ਨੇ ਫਰਮਾਉਣਾ ਕੀਤਾ ਹੈ, ਤਾਂ ਸਹਿਜ ਸੁਭਾਏ ਸੁਤੇ ਸਿੱਧ ਸੁਭਾਵਕ ਹੀ ਮੀਂਹ ਬੱਦਲ ਵਰਸ ਪਿਆ। ਜਿਸ ਕਰਕੇ ਪ੍ਰਿਥਵੀ ਰੱਜੀ ਤਿਪਤ ਅਗਾਏ, ਜਿਸ ਕਰਕੇ ਪ੍ਰਿਥਵੀ ਧਰਤੀ ਤਿਪਤ ਪ੍ਰਸੰਨ ਹੋ ਕੇ ਰੱਜ ਗਈ ਹੈ, ਅਤੇ ਜੋ ਇਸ ਅੰਦਰ ਔੜ ਲੱਗ ਗਈ ਸੀ ਉਸ ਵੱਲੋਂ ਵੀ ਅਗਾਏ ਤ੍ਰਿਪਤ ਹੋ ਗਈ ਹੈ। ਬਹੁਤ ਸਾਰਾ ਅੰਨ ਧਨ ਬਹੁਤ ਉਪਜਿਆ, ਕਿ ਬਹੁਤ ਸਾਰਾ ਅੰਨ ਵੀ ਹੋ ਗਿਆ ਧਰਤੀ ਦੇ ਵਿੱਚ। ਜਦੋਂ ਬਾਰਿਸ਼ ਪੈ ਗਈ, ਕਿਸਾਨਾਂ ਨੇ ਖੇਤੀ ਬੀਜਣਾ ਕੀਤੀ ਤਾਂ ਅੰਨ ਦੁਆਰਾ ਧਨ ਵੀ ਬਹੁਤ ਹੋ ਗਿਆ, ਜਿਸ ਕਰਕੇ ਧਨ ਵੀ ਬਹੁਤ ਹੋ ਗਿਆ ਤੇ ਅੰਨ ਵੀ ਬਹੁਤ ਹੋਇਆ। ਪਾਰ ਬ੍ਰਹਮ ਫਰਮਾਇਆ ਮੀਂਹ ਬੁੱਠਾ ਸਹਿਜ ਸੁਭਾਏ, ਅੰਨ ਧਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤਿਪਤ ਅਗਾਏ। ਕਿ ਪਾਰ ਬ੍ਰਹਮ ਅਕਾਲ ਪੁਰਖ ਨੇ ਜਦੋਂ ਫਰਮਾਉਣਾ ਕੀਤਾ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਬੱਦਲ ਰੂਪ ਹੋ ਕੇ ਸੁਤੇ ਸਿੱਧ ਸੁਭਾਵਕ ਹੀ ਅੰਮ੍ਰਿਤ ਨਾਮ ਦੀ ਵਰਖਾ ਕੀਤੀ, ਜਿਸ ਕਰਕੇ ਸੁਭ ਗੁਣਾ ਰੂਪੀ ਅੰਨ ਅਤੇ ਨਾਮ ਰੂਪੀ ਧਨ ਬਹੁਤ ਭਾਰੀ ਪੈਦਾ ਹੋ ਗਿਆ। ਜਗਿਆਸੂ ਦੀ ਬੁੱਧ ਰੂਪ ਧਰਤੀ ਵੀ ਰੱਜ ਗਈ। ਉਹ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਿਆ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਏ ਰੱਜ ਗਿਆ। ਆਤਮ ਵਿਸ਼ੈਣੀ ਬੁੱਧੀ ਕਰਕੇ ਰੱਜ ਗਿਆ। ਸਦਾ ਸਦਾ ਗੁਣ ਉਚਰੈ, ਦੁੱਖ ਦਾਲਦ ਗਿਆ ਬਿਲਾਏ। ਉਹ ਜਗਿਆਸੂ ਸਦਾ ਸਦਾ ਹਮੇਸ਼ਾ ਹਮੇਸ਼ਾ ਪਰਮੇਸ਼ਰ ਦੀਆਂ ਸਿਫਤਾਂ ਨੂੰ ਉਚਾਰਦਾ ਹੈ, ਜਿਸ ਦਾ ਬੁੱਧੀ ਰੂਪੀ ਧਰਤੀ ਰੱਜ ਗਈ ਹੈ ਤੇ ਨਾਮ ਰੂਪੀ ਧਨ ਨਾਲ ਜਿਸ ਦਾ ਹਿਰਦਾ ਰੂਪੀ ਤ੍ਰਿਪਤ ਹੋ ਗਿਆ ਹੈ। ਉਹ ਜਗਿਆਸੂ ਹਮੇਸ਼ਾ ਹਮੇਸ਼ਾ ਪਰਮੇਸ਼ਰ ਦੀਆਂ ਸਿਫਤਾਂ ਉਚਾਰਦਾ ਹੈ, ਜਿਸ ਕਰਕੇ ਦੁੱਖ ਦਾਲਦ ਗਿਆ ਬਿਲਾਏ, ਜਿਸ ਕਰਕੇ ਜੰਮਣ ਮਰਨ ਦਾ ਦੁੱਖ ਅਤੇ ਦਲਿੱਦਰ ਆਦਿਕ ਨਾਸ ਹੋ ਗਿਆ। ਅਵਿਦਿਆ ਰੂਪੀ ਬਿਲਾਏ, ਬਲਾ ਦਾ ਡਰ ਵੀ ਨਾਸ ਹੋ ਗਿਆ। ਪੂਰਬ ਲਿਖਿਆ ਪਾਇਆ, ਮਿਲਿਆ ਤਿਸੈ ਰਜਾਏ। ਉਸ ਜਗਿਆਸੂ ਨੇ ਪਿਛਲੇ ਲਿਖੇ ਪੁੰਨ ਕਰਮਾਂ ਦੇ ਅਨੁਸਾਰ ਇਹ ਫਲ ਪਾ ਲਿਆ। ਜਿਸ ਨੇ ਜਨਮ ਤੋਂ ਲੈ ਕੇ ਗੁਰਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਲਿਖਿਆ ਹੈ, ਉਸ ਨੂੰ ਗੁਰਾਂ ਦੀ ਆਗਿਆ ਮੰਨਣ ਕਰਕੇ ਪਰਮਾਤਮਾ ਮਿਲਿਆ ਹੈ। ਮਿਲਿਆ ਤਿਸੈ ਰਜਾਏ, ਕਿ ਉਹ ਆਗਿਆ ਭਾਵ ਹੁਕਮ ਚਲਾਉਣ ਵਾਲਾ ਪਰਮੇਸ਼ਰ ਮਿਲ ਗਿਆ ਹੈ, ਜਿਸ ਦੇ ਪਿਛਲੇ ਲਿਖੇ ਪੁੰਨ ਕਰਮਾਂ ਅਨੁਸਾਰ ਇਹ ਫਲ ਪਾਉਣਾ ਕੀਤਾ ਹੈ। ਮਹਾਰਾਜ ਜੀ ਸਮਝਾ ਰਹੇ ਹਨ ਕਿ
ਆਗਿਆ ਦੇ ਮੰਨਣ ਕਰਕੇ ਉਹ ਪਰਮਾਤਮਾ ਮਿਲ ਗਿਆ ਹੈ। ਆਗਿਆ ਭਾਵ ਹੁਕਮ ਚਲਾਉਣ ਵਾਲਾ ਪਰਮੇਸ਼ਰ ਉਹਨਾਂ ਨੂੰ ਮਿਲ ਗਿਆ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਹੁਕਮ ਮੰਨਿਆ ਹੈ। ਪਰਮੇਸ਼ਰ ਜੀ ਵਾਲਿਆ ਨਾਨਕ ਤਿਸੈ ਰਜਾਏ। ਇਉਂ ਉਹ ਪਰਮੇਸ਼ਰ, ਇਉਂ ਉਹ ਜਗਿਆਸੂ ਪਰਮੇਸ਼ਰ ਪਰਮਾਤਮਾ ਨੇ ਜੀਵਨ ਮੁਕਤੀ ਦਾ ਦਾਨ ਦੇ ਕੇ ਆਤਮਿਕ ਜੀਵਨ ਵੱਲੋਂ ਜਿਉਂਦਾ ਕੀਤਾ ਹੈ। ਪਰਮੇਸ਼ਰ ਜੀ ਵਾਲਿਆ, ਇਉਂ ਉਹ ਜਗਿਆਸੂ ਪਰਮੇਸ਼ਰ ਨੇ ਪਰਮਾਤਮਾ ਨੇ ਜੀਵਨ ਮੁਕਤੀ ਦਾ ਦਾਨ ਦੇ ਕੇ ਆਤਮਿਕ ਜੀਵਨ ਵੱਲੋਂ ਜਿਉਂਦਾ ਕੀਤਾ ਹੈ। ਨਾਨਕ ਤਿਸੈ ਧਿਆਏ। ਸਤਿਗੁਰੂ ਜੀ ਕਥਨ ਕਰਦੇ ਹਨ, ਇਸ ਲਈ ਉਹ ਜਗਿਆਸੂ ਉਸ ਪਰਮੇਸ਼ਰ ਨੂੰ ਹਰ ਵਕਤ ਧਿਆਉਂਦਾ ਰਹਿੰਦਾ ਹੈ। ਮਹੱਲਾ ਪੰਜਵਾ। ਜੀਵਨ ਪਦ ਨਿਰਵਾਣ ਏਕੋ ਸਿਮਰਿਐ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਜੀਵਨ ਪਦ ਨਿਰਵਾਣ ਇੱਕੋ ਸਿਮਰਿਐ। ਇਹ ਨਿਰਵਾਣ ਬੰਧਨਾਂ ਤੋਂ ਰਹਿਤ ਕਰਨ ਵਾਲੀ, ਦੁੱਖਾਂ ਤੋਂ ਰਹਿਤ ਕਰਨ ਵਾਲੀ, ਜੀਵਨ ਮੁਕਤੀ ਦੀ ਪਦਵੀ ਨੂੰ ਦੇਣ ਵਾਲਾ ਇੱਕੋ ਸਿਮਰਿਐ ਇੱਕ ਪਰਮੇਸ਼ਰ ਦਾ ਨਾਮ ਹੈ। ਉਸੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਕਰੀਏ। ਜੀਵਨ ਪਦ ਨਿਰਵਾਣ ਇੱਕੋ ਸਿਮਰਿਐ, ਜਿਹੜਾ ਬੰਧਨਾਂ ਤੋਂ ਰਹਿਤ ਕਰਨ ਵਾਲੀ, ਦੁੱਖਾਂ ਤੋਂ ਰਹਿਤ ਕਰਨ ਵਾਲੀ, ਜੀਵਨ ਮੁਕਤੀ ਦੀ ਪਦਵੀ ਦੇਣ ਵਾਲਾ ਇੱਕ ਪਰਮੇਸ਼ਰ ਦਾ ਨਾਮ ਹੈ। ਉਸੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੀਏ। ਨਿਰਵਾਣ ਪਦ ਕੇ ਪਦਵੀ ਦੇ ਦੇਣ ਵਾਲੇ ਸਾਰਿਆਂ ਦੇ ਜੀਵਨ ਰੂਪ ਇੱਕੋ ਪਰਮੇਸ਼ਰ ਨੂੰ ਸਿਮਰਨਾ ਕਰੀਏ। ਦੂਜੀ ਨਾਹੀ ਜਾਏ ਕੇਨ ਬਿਦ ਧੀਰੀਐ। ਦੂਜੀ ਦੂਸਰੀ ਹੋਰ ਕੋਈ ਜਗ੍ਹਾ ਨਹੀਂ ਹੈ। ਇੱਕ ਪਰਮੇਸ਼ਰ ਦਾ ਨਾਮ ਹੈ ਜੋ ਬੰਧਨਾਂ ਤੋਂ ਰਹਿਤ ਕਰਨ ਵਾਲਾ ਹੈ। ਦੂਸਰੀ ਹੋਰ ਕੋਈ ਜਗ੍ਹਾ ਨਹੀਂ। ਜਿੱਥੇ ਜਾ ਕੇ ਇਸਤਤ ਹੋਵਾਂਗੇ, ਜਿੱਥੇ ਜਾ ਕੇ ਬੈਠਾਂਗੇ, ਹੋਰ ਕੋਈ ਜਗ੍ਹਾ ਨਹੀਂ। ਫਿਰ ਕਿਨ ਬਿਧ ਧੀਰੀਆ, ਕਿਹੜੀ ਵਿਧੀ, ਕਿਹੜੇ ਤਰੀਕੇ ਨਾਲ ਆਪਾਂ ਧੀਰਜ ਪਕੜਾਂਗੇ ਜਦੋਂ ਪਰਮੇਸ਼ਰ ਦਾ ਨਾਮ ਹੀ ਨਹੀਂ ਜਪਾਂਗੇ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਹੇ ਭਾਈ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਅਸੀਂ ਸਾਰੇ ਸੰਸਾਰ, ਸਾਰੇ ਜਗਤ ਤਾਈਂ ਡਿੱਠਾ ਵੇਖਿਆ ਹੈ। ਇੱਕ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿਸੇ ਨੂੰ ਸੁੱਖ ਨਹੀਂ। ਜੇ ਸੁੱਖ ਹੈ ਤਾਂ ਨਾਮ ਜਪਣ ਦੇ ਵਿੱਚ ਹੀ ਹੈ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਹੇ ਭਾਈ, ਮਹਾਰਾਜ ਜੀ ਕਹਿਣ ਲੱਗੇ, ਸਾਰੇ ਜਗਤ ਦੇ ਤਾਈਂ, ਸਾਰੇ ਸੰਸਾਰ ਦੇ ਤਾਈਂ ਵੇਖਿਆ ਹੈ। ਇੱਕ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿਸੇ ਨੂੰ ਸੁੱਖ ਨਹੀਂ। ਤਾਨ ਧਨ ਹੋਛੀ ਸਾਰ ਜਾਣੈ ਕੋਏ ਜਾਨ। ਇਹ ਤਨ ਸਰੀਰ ਵੀ ਅਤੇ ਧਨ ਵਿਭੂਤੀ ਆਦਿਕ ਰੋਕੜੀ ਸਭ ਅੰਤ ਨੂੰ ਸਾਰ ਸੁਆਹ ਹੋ ਜਾਏਗੀ। ਧਨ ਹੋਸੀ ਸਾਰ ਕਿ ਇਹ ਤਨ ਸਰੀਰ ਵੀ ਅਤੇ ਧਨ ਵਿਭੂਤੀ ਆਦਿਕ ਸਭ ਅੰਤ ਨੂੰ ਸੁਆਹ ਹੋ ਜਾਵੇਗੀ। ਜਾਣੈ ਕੋਏ ਜਾਨ। ਇਸ ਗੱਲ ਨੂੰ ਕੋਈ ਜਨ, ਕੋਈ ਭਗਤ, ਕੋਈ ਸੇਵਕ ਹੀ ਜਾਣਦਾ ਹੈ। ਬਿਰਲਾ ਬਿਰਲਾ ਹੀ ਜਾਣਦਾ ਹੈ। ਰੰਗ ਰੂਪ ਰਸ ਬਾਦ ਕੇ ਕਰਹਿ ਪ੍ਰਾਣੀਆਂ। ਸੁੰਦਰ ਰੰਗ ਵਰਨ ਬਣਾ ਲੈਣਾ, ਕਿ ਸੋਹਣਾ ਰੰਗ ਬਣਾ ਲੈਣਾ, ਸੋਹਣਾ ਰੂਪ ਬਣਾ ਲੈਣਾ, ਕਿ ਰਾਸ ਬਾਦ ਸ਼ਰਾਬਾਂ ਆਦਿਕ ਦੇ ਰਸ ਸਵਾਦ ਲੈਣੇ। ਰੰਗ ਰੂਪ ਵਿਸ਼ੇ ਵਿੱਚ ਲੱਗ ਕਰਕੇ ਝਗੜੇ ਆਦਿਕ ਇਹੋ ਜਿਹੇ ਮੰਦ ਕਰਮ। ਹੇ ਪ੍ਰਾਣੀਆਂ, ਕੇ ਕਰਹਿ ਪ੍ਰਾਣੀਆਂ, ਕਿ ਇਹ ਮੰਦ ਕਰਮ। ਹੇ ਪ੍ਰਾਣੀਆਂ, ਪ੍ਰਾਣ ਧਾਰੀ ਜੀਵ, ਤੂੰ ਕਿਸ ਵਾਸਤੇ ਕਰਦਾ ਹੈ? ਰੰਗ ਰੂਪ ਰਸ ਬਾਦ
ਕੇ ਕਰਹਿ ਪ੍ਰਾਣੀਆਂ। ਕਿ ਰੰਗ ਸੁੰਦਰ ਬਣਾ ਲੈਣਾ, ਆਪਣੇ ਸਰੀਰ ਨੂੰ ਸੋਹਣਾ ਰੂਪ ਬਣਾ ਲੈਣਾ। ਸ਼ਰਾਬਾਂ ਆਦਿਕ ਦੇ ਰਾਸ ਸਵਾਦ ਲੈਣੇ, ਰੰਗ ਰੂਪ ਰਸ ਕੇ ਵਿਸ਼ੇ ਸ਼ਬਦ ਸਪਰਸ ਰੂਪ ਰਸ ਗੰਧ ਵਿੱਚ ਲੱਗ ਕਰਕੇ। ਝਗੜੇ ਆਦਿਕ ਇਹੋ ਜਿਹੇ ਮੰਦ ਕਰਮ, ਹੇ ਪ੍ਰਾਣ ਧਾਰੀ ਜੀਵ ਤੂੰ ਕਿਸ ਵਾਸਤੇ ਕਰਦਾ ਹੈ। ਰੰਗ ਰੂਪ ਰਸ ਬਾਦ ਕੇ ਕਰਹਿ ਪ੍ਰਾਣੀਆਂ। ਕਿ ਸੋਹਣਿਆਂ ਸਰੂਪਾਂ ਵਿੱਚ ਪ੍ਰੇਮ ਕਰਨਾ, ਚੰਗੇ ਚੰਗੇ ਤਮਾਸ਼ੇ ਵੇਖਣੇ, ਆਕਾਰ ਬਣਾ ਕੇ ਨਟਾਂ ਦੀ ਨਿਆਈ ਤਮਾਸ਼ੇ ਕਰਨੇ। ਰੰਗ ਸ਼ਬਦਾਏ ਵਿਸ਼ਿਆਂ ਵਿੱਚ ਫਸਣਾ, ਜੋ ਸ਼ਬਦਾਏ ਵਿਸ਼ੇ ਹਨ, ਵਿਸ਼ਿਆਂ ਦੇ ਵਿੱਚ ਫਸਣਾ ਆਦਿਕ, ਇਹ ਸਭ ਤਾਂ ਬੇਅਰਥ ਹੀ ਹਨ। ਤੂੰ ਕਾਹਦੇ ਵਾਸਤੇ ਇਹਨਾਂ ਰਸਾਂ ਕਸਾਂ ਦੇ ਵਿੱਚ ਫਸਦਾ ਹੈ। ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣਿਆ। ਹੇ ਭਾਈ, ਇਉਂ ਸਮਝ ਲਓ ਕਿ ਜਿਸ ਨੂੰ ਪਰਮੇਸ਼ਰ ਨੇ ਆਪ ਹੀ ਆਪਣੇ ਸਰੂਪ ਵੱਲੋਂ ਭੁਲਾ ਦਿੱਤਾ ਹੈ, ਤਿਸ ਕਲ ਨਹੀਂ ਜਾਣਿਆ, ਕਿ ਉਸਨੇ ਉਸ ਪ੍ਰਭੂ ਦੀ ਕਾਲ ਸ਼ਕਤੀ ਸ਼ਾਂਤੀ ਉੱਕਾ ਹੀ ਨਹੀਂ ਜਾਣੀ। ਉਸਨੇ ਜਗਤ ਤੋਂ ਉਦਾਹਰਨ ਦੀ ਜੁਗਤੀ ਨਹੀਂ ਜਾਣੀ, ਪਾਰ ਲੰਘਣ ਦੀ ਜੁਗਤੀ ਨਹੀਂ ਜਾਣੀ। ਰੰਗ ਰਤੇ ਨਿਰਵਾਣ ਸੱਚਾ ਗਾਵਹੀ। ਜੋ ਨਿਰਵਾਣ ਬੰਧਨਾਂ ਤੋਂ ਰਹਿਤ ਪਰਮੇਸ਼ਰ, ਨਿਰਵਾਣ ਦੁੱਖਾਂ ਤੋਂ ਰਹਿਤ ਪਦਵੀ ਨੂੰ ਪਾਉਣ ਵਾਸਤੇ ਪ੍ਰਭੂ ਦੇ ਪ੍ਰੇਮ ਵਿੱਚ ਤਦਾਕਾਰ ਹੋਇਆ ਹੈ। ਰੰਗ ਰਤੇ ਨਿਰਵਾਣ ਸੱਚਾ ਗਾਵਹੀ। ਜੋ ਨਿਰਵਾਣ ਬੰਧਨਾਂ ਤੋਂ ਰਹਿਤ ਪਰਮੇਸ਼ਰ ਦੇ ਨਿਰਵਾਣ ਦੁੱਖਾਂ ਤੋਂ ਰਹਿਤ ਪਦਵੀ ਨੂੰ ਪਾਉਣ ਵਾਸਤੇ ਪ੍ਰਭੂ ਦੇ ਪ੍ਰੇਮ ਵਿੱਚ ਤਦਾਕਾਰ ਹੋਇਆ ਹੈ। ਸੱਚਾ ਗਾਵਹੀ, ਉਹ ਸੱਚ ਸਰੂਪ ਪਰਮੇਸ਼ਰ ਦੇ ਜਸ ਨੂੰ ਹਰ ਵੇਲੇ ਗਾਵਹੀ ਗਾਉਂਦਾ ਰਹਿੰਦਾ ਹੈ। ਨਾਨਕ ਸਰਨ ਦੁਆਰ ਜੇ ਤੁਧ ਭਾਵਹੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਜਿਹੜੇ ਤੁਹਾਨੂੰ ਭਾਵ ਹੀ ਭਾਉਂਦੇ ਹਨ, ਉਹ ਹੀ ਤੇਰੇ ਸਤਸੰਗ ਰੂਪੀ ਦਰਵਾਜ਼ੇ ਦੀ ਓਟ ਵਿੱਚ ਆਉਂਦੇ ਹਨ। ਨਾਨਕ ਸਰਨ ਦੁਆਰ ਜੋ ਤੁਧ ਭਾਵਹੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਜਿਹੜੇ ਤੁਹਾਨੂੰ ਭਾਉਂਦੇ ਹਨ, ਚੰਗੇ ਲੱਗਦੇ ਹਨ, ਉਹੀ ਜੀਵ ਤੇਰੀ ਸਤਸੰਗ ਰੂਪੀ ਦਰਵਾਜ਼ੇ ਦੀ ਓਟ ਵਿੱਚ ਆਉਂਦੇ ਹਨ। ਪੌੜੀ ਜੰਮਣ ਮਰਨਾ ਤਿੰਨ ਕੋ ਜੋ ਹਾਰ ਲੜ ਲਾਗੇ। ਜੰਮਣ ਮਰਨ ਨਾ ਤਿੰਨ ਕੋ ਜੋ ਹਾਰ ਲੜ ਲਾਗੇ। ਉਹਨਾਂ ਤਾਈਂ ਜੰਮਣ ਮਰਨ ਦੇ ਦੁੱਖ ਨਹੀਂ ਹੁੰਦੇ, ਜਿਹੜੇ ਪਰਮੇਸ਼ਰ ਦੀ ਸਰਨ, ਪਰਮੇਸ਼ਰ ਦੇ ਉਪਦੇਸ਼ ਰੂਪੀ ਪੱਲੇ ਵਿੱਚ ਲੱਗੇ ਹੋਏ ਹਨ, ਕਿ ਉਹਨਾਂ ਨੂੰ ਜੰਮਣ ਮਰਨ ਦੇ ਦੁੱਖ ਨਹੀਂ ਲੱਗਦੇ। ਜੋ ਗੁਰੂ ਦੀ ਬਾਣੀ ਹੈ, ਕਿ ਬਾਣੀ ਦੀ ਵਿਚਾਰ ਹਿਰਦੇ ਦੇ ਵਿੱਚ ਵਸਾ ਕੇ ਵਿਚਾਰ ਧਾਰਨ ਕਰਕੇ ਵਿਚਾਰ 'ਤੇ ਚੱਲਦੇ ਹਨ। ਜਿਹੜਾ ਕੁਝ ਬਾਣੀ ਦੱਸਦੀ ਹੈ, ਬਾਣੀ 'ਤੇ ਚੱਲਦੇ ਹਨ, ਉਹੀ ਪਰਮੇਸ਼ਰ ਦੇ ਪੱਲੇ ਲੱਗਦੇ ਹਨ। ਜਿਹੜੇ ਪਰਮੇਸ਼ਰ ਦੇ ਲੜ ਦੇ ਨਾਲ ਲੱਗ ਜਾਂਦੇ ਹਨ, ਉਹਨਾਂ ਦਾ ਫਿਰ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਗੇ। ਉਹ ਜੀਵਤ ਜਿਉਂਦੇ ਹੀ ਪ੍ਰਮਾਣਿਕ ਸਫਲੇ ਹੋ ਗਏ ਹਨ, ਜਿਨ੍ਹਾਂ ਦੇ ਮਨ ਵਿੱਚ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦੀ ਕੀਰਤਨ ਭਗਤੀ ਜਾਗ ਪਈ ਹੈ। ਉਹ ਜਿਉਂਦੇ ਹੀ ਪ੍ਰਵਾਨ ਹੋਏ ਹਨ, ਸਫਲੇ ਹੋਏ ਹਨ। ਸਾਧ ਸੰਗ ਜਿਨ ਪਾਇਆ ਸੇਈ ਵਡ ਭਾਗੇ। ਜਿਨ੍ਹਾਂ ਨੇ ਸਤ ਸੰਗਤ ਨੂੰ ਪ੍ਰਾਪਤ ਕੀਤਾ ਹੈ, ਜੋ ਗੁਰੂ ਦੀ ਸਤ ਸੰਗਤ ਹੁੰਦੀ ਹੈ, ਜਿਨ੍ਹਾਂ ਨੇ ਸਤ ਸੰਗਤ ਨੂੰ ਪ੍ਰਾਪਤ ਕੀਤਾ ਹੈ, ਉਹ ਗੁਰਮੁਖ ਜਨ ਵਡ ਭਾਗੇ, ਵੱਡਿਆਂ ਭਾਗਾਂ ਵਾਲੇ ਹਨ।
ਨਾਏ ਬਿਸਰਿਐ ਧ੍ਰਿਗ ਜੀਵਣਾ, ਟੂਟੇ ਕੱਚ ਧਾਗੇ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਏ ਨਾਮ ਬਿਸਰਿਆ ਭੁੱਲ ਜਾਂਦਾ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ, ਉਹਨਾਂ ਦੇ ਜੀਵਣਾ ਜਿਉਣ, ਜੀਵਨ ਨੂੰ ਧਿਰਕਾਰ ਹੈ। ਧ੍ਰਿਗ ਜੀਵਣਾ, ਉਹਨਾਂ ਦਾ ਧਿਰਕਾਰ ਹੈ ਜਿਉਣਾ। ਉਹ ਅੰਤ ਨੂੰ ਟੂਟੇ ਕੱਚ ਧਾਗੇ, ਉਹ ਅੰਤ ਨੂੰ ਕੱਚੇ ਧਾਗੇ ਵਾਂਗ ਟੁੱਟ ਜਾਂਦੇ ਹਨ। ਨਾਨਕ ਧੂੜ ਪੁਨੀਤ ਸਾਧ, ਲੱਖ ਕੋਟ ਪਿਰਾਗੇ। ਨਾਨਕ ਧੂੜ ਪੁਨੀਤ ਸਾਧ, ਲੱਖ ਕੋਟ ਪਿਰਾਗੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਸ੍ਰੇਸ਼ਟ ਜਨਾਂ ਦੀ ਸਤ ਸੰਗਤ ਦੀ ਧੂੜੀ ਲੱਖਾਂ ਕਰੋੜਾਂ ਪਰਾਗ ਰਾਜ ਦੇ ਤੀਰਥਾਂ ਨਾਲੋਂ ਵੀ ਪਵਿੱਤਰ ਹੈ। ਨਾਨਕ ਧੂੜ ਪੁਨੀਤ ਸਾਧ, ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਭਾਈ, ਸਾਧ ਜਨਾਂ ਦੀ, ਸ੍ਰੇਸ਼ਟ ਜਨਾਂ ਦੀ ਸਤ ਸੰਗਤ ਦੀ ਧੂੜੀ ਲੱਖਾਂ ਕਰੋੜਾਂ ਪਰਾਗ ਰਾਜ ਦੇ ਤੀਰਥਾਂ ਨਾਲੋਂ ਵੀ ਪਵਿੱਤਰ ਹੈ। ਲੱਖਾਂ ਕਰੋੜਾਂ ਪਰਾਗਾਂ ਦੇ ਇਸ਼ਨਾਨ, ਗੰਗਾ ਦੇ ਇਸ਼ਨਾਨ ਕਰਨ ਨਾਲੋਂ ਨਾਮ ਜਪਣ ਵਾਲੇ ਸਾਧੂਆਂ ਦੀ ਧੂੜੀ ਪਵਿੱਤਰ ਹੈ। ਸਾਧੂਆਂ ਦੀ ਚਰਨ ਧੂੜ ਲੱਖਾਂ ਕਰੋੜਾਂ ਤੀਰਥਾਂ ਨੂੰ ਪਵਿੱਤਰ ਕਰਨ ਵਾਲੀ ਹੈ। ਸਲੋਕ ਮਹੱਲਾ ਪੰਜਵਾ। ਧਾਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ। ਸਭੇ ਕਾਜ ਸਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਧਾਰਨ ਸਵੰਨੀ ਖੜ ਰਤਨ ਜੋੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ। ਸਭੇ ਕਾਜ ਸਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਕਿ ਜਦੋਂ ਹਰੀ ਪੂਰਨ ਪਰਮੇਸ਼ਰ ਦਾ ਪ੍ਰੇਮ ਪਿਆਰ ਹਿਰਦੇ ਵਿੱਚ ਬੁੱਠਾ ਵਸ ਗਿਆ, ਜਦੋਂ ਹਰੀ ਪੁਰਖ ਪੂਰਨ ਪਰਮੇਸ਼ਰ ਦਾ ਪ੍ਰੇਮ ਪਿਆਰ ਮਨ ਹਿਰਦੇ ਵਿੱਚ ਬੁੱਠਾ ਵਸ ਗਿਆ, ਉਦੋਂ ਧਰਨ ਸਵੰਨੀ ਖੜ ਰਤਨ ਜੜਾਵੀ। ਉਦੋਂ ਧਰਨ ਧਰਤੀ ਵੀ ਸਵੰਨੀ ਸੋਨੇ ਵਰਗੀ ਪ੍ਰਤੀਤ ਹੋਈ, ਅਤੇ ਖੜ ਘਾਹ ਵੀ ਸੋਹਣੇ ਰਤਨਾਂ ਵਰਗਾ ਜੜਤਾਕਾਰੀ ਵਿੱਚ ਪ੍ਰਤੀਤ ਹੋਇਆ। ਭਾਵ ਪ੍ਰਕਿਰਤੀ ਦੀ ਸੁਹੱਪਣ ਵਿੱਚ ਰਚਨਹਾਰ ਦੀ ਮਹਾਨਤਾ ਦਿਸ ਕੇ ਕ੍ਰਿਤ ਵਿੱਚ ਕਰਤਾ ਪ੍ਰਤੀਤ ਹੋਣ ਲੱਗਿਆ ਕਿ ਧਰਤੀ ਦੇ ਪਦਾਰਥ ਆਦਿਕ ਸਭ ਕੁਝ ਤੂੰ ਆਪ ਹੀ ਹੈ। ਧਾਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ। ਮਹਾਰਾਜ ਜੀ ਸਮਝਾ ਰਹੇ ਹਨ, ਜਦੋਂ ਹਰੀ ਪੂਰਨ ਪਰਮੇਸ਼ਰ ਦਾ ਪ੍ਰੇਮ ਹਿਰਦੇ ਵਿੱਚ ਵਸਿਆ ਤਾਂ ਪਹਿਲਾਂ ਧਰਨ ਧਰਤੀ ਬੁੱਧ ਅਤੇ ਖੜ ਖੱਟ ਸੰਮਤੀ ਪੈਦਾ ਹੋਈ, ਫਿਰ ਰਤਨ ਵੈਰਾਗ ਆਦਿਕ ਪੈਦਾ ਹੋਏ, ਫਿਰ ਸ਼ਰਾਵਣ ਮੰਨਣ ਨਿਧਾਸਨ ਆਦਿਕ ਦੀ ਜੜਤੀ ਜੜੀ ਗਈ, ਜਿਸ ਕਰਕੇ ਬੁੱਧੀ ਤੁਰਿਆ ਪਦ ਰੂਪੀ ਸਵੰਨੀ ਸੋਹਣੇ ਰੰਗ ਵਾਲੀ ਹੋ ਗਈ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ, ਸਭੇ ਕਾਜ ਸਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਜਦੋਂ ਗੁਰ ਸਤਿਗੁਰੂ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਸੰਨ ਹੋਏ, ਤਾਂ ਉਦੋਂ ਸੰਸਾਰਕ ਤੇ ਪਰਮਾਰਥ ਆਦਿਕ ਸਾਰੇ ਕਾਰਜ ਸੁਖਦਾਇਕ ਹੋ ਗਏ। ਕਿ ਜਦੋਂ ਹਰੀ ਪਰਮੇਸ਼ਰ ਦਾ ਪ੍ਰੇਮ ਪਿਆਰ ਹਿਰਦੇ ਵਿੱਚ ਵਸ ਗਿਆ, ਉਦੋਂ ਸਾਰੀ ਧਰਤੀ ਵੀ ਸੋਨੇ ਵਰਗੀ ਪ੍ਰਤੀਤ ਹੋਈ, ਅਤੇ ਘਾਹ ਵੀ ਸੋਹਣੇ ਰਤਨਾਂ ਵਾਂਗ ਜੜਤਕਾਰੀ ਵਿੱਚ ਪ੍ਰਤੀਤ ਹੋਏ। ਭਾਵ ਪ੍ਰਕਿਰਤੀ ਦੀ ਸੁਹੱਪਣ ਵਿੱਚ ਰਚਨਹਾਰ ਪਰਮੇਸ਼ਰ ਦੀ ਮਹਾਨਤਾ ਦਿਸ ਕੇ ਕ੍ਰਿਤ ਵਿੱਚ ਕਰਨਾ ਪ੍ਰਤੀਤ ਹੋਣ ਲੱਗੀ ਕਿ ਧਰਤੀ ਦੇ ਪਦਾਰਥ ਸਭ ਕੁਝ ਹੇ ਪਰਮੇਸ਼ਰ ਤੂੰ ਆਪ ਹੀ ਕਰ ਰਿਹਾ ਹੈ। ਮਹੱਲਾ ਪੰਜਵਾ।
ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨ ਰਾਏ। ਜਿੱਥੈ ਡਿਠਾ ਮਿਰਤ ਕੋ ਇੱਲ ਬੈਠੀ ਆਏ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਜਿਸ ਪ੍ਰਕਾਰ ਦਹਿ ਦਿਸ਼ਾ ਦਸਾਂ ਦਿਸ਼ਾਵਾਂ ਦੇ ਵਿੱਚ ਫਿਰਦੀ ਫਿਰਦੀ ਭਰਮ ਦੀ ਇੱਲ ਜਾਲ ਪਰਬਤ ਬਨਰਾਏ, ਜਲਾਂ ਤੇ ਤਲਾਵਾਂ ਪਰਬਤਾਂ ਪਹਾੜਾਂ ਅਤੇ ਬਨਰਾਏ ਬਨਾਸਪਤੀ ਆਦਿਕ ਦੇ ਉੱਪਰ ਤੁਰੀ ਫਿਰਦੀ ਹੈ। ਫਿਰਦੀ ਫਿਰਦੀ ਦਹਿ ਦਿਸ਼ਾ ਜਲ ਪਰਬਤ ਬਨਰਾਏ, ਜਿਸ ਪ੍ਰਕਾਰ ਦਹਿ ਦਸਾਂ ਦਿਸ਼ਾਵਾਂ ਵਿੱਚ ਫਿਰਦੀ ਫਿਰਦੀ ਭਰਮ ਦੀ ਇੱਲ ਜਲਾਂ ਤੇ ਤਲਾਵਾਂ ਪਰਬਤ ਪਹਾੜਾਂ ਅਤੇ ਬਨਰਾਏ ਬਨਸਪਤੀ ਆਦਿਕ ਦੇ ਉੱਪਰ ਤੁਰੀ ਫਿਰਦੀ ਹੈ। ਜਿੱਥੈ ਡਿਠਾ ਮਿਰਤਕੋ ਇੱਲ ਬੈਠੀ ਆਏ, ਜਿੱਥੇ ਉਹ ਮਿਰਤਕੋ ਮਰਦਾਰ ਨੂੰ ਵੇਖਦੀ ਹੈ, ਉੱਥੇ ਹੀ ਇੱਲ ਆ ਕੇ ਉਸ ਨੂੰ ਖਾਣ ਵਾਸਤੇ ਬੈਠ ਜਾਂਦੀ ਹੈ। ਇਸੇ ਪ੍ਰਕਾਰ ਗੁਰੂ ਜੀ ਇਹ ਮੰਦ ਬੈਰਾਗੀ ਦੀ ਹਾਲਤ ਕਥਨ ਕਰਦੇ ਹਨ ਕਿ ਉਹ ਘਰ-ਬਾਰ ਛੱਡ ਕੇ ਜਲ ਪਾਣੀ ਤੀਰਥਾਂ ਦੇ ਕਿਨਾਰੇ ਜਾ ਕੇ ਫਿਰਦਾ ਹੈ ਅਤੇ ਪਰਬਤ ਪਹਾੜਾਂ ਵਿੱਚ ਜਾ ਕੇ ਰਹਿੰਦਾ ਹੈ। ਕਦੇ ਬਨਰਾਏ ਜੰਗਲਾਂ ਦੇ ਰਾਜਾ ਰੂਪ ਭਾਵ ਮਹਾਨਤਾ ਵਾਲੇ ਬਾਣ ਮਧੂ ਬਨ ਬਿੰਦਰਾਵਨ ਬਾਨ ਪ੍ਰਸਤੀ ਹੋ ਕੇ ਬਣਾ ਦੇ ਵਿੱਚ ਜੰਗਲਾਂ ਦੇ ਵਿੱਚ ਤੁਰਿਆ ਫਿਰਦਾ ਹੈ। ਇਉਂ ਦਹਿ ਦਿਸ ਦਸਾਂ ਦਿਸ਼ਾਵਾਂ ਵਿੱਚ ਭਰਮ ਦਾ ਹੀ ਰਹਿੰਦਾ ਹੈ, ਚਿੱਤ ਦਾ ਟਿਕਾਓ ਨਹੀਂ ਹੁੰਦਾ। ਜਿੱਥੈ ਡਿਠਾ ਮਿਰਤਕੋ ਇੱਲ ਬੈਠੀ ਆਏ, ਕਿ ਜਿਸ ਥਾਂ ਪਾਰ ਵਿਸ਼ਿਆਂ ਰੂਪੀ ਮਿਰਤਕੋ ਮਰਦਾਰ ਵੇਖਦਾ ਹੈ, ਉੱਥੇ ਹੀ ਇੱਲ ਦੀ ਨਿਆਈ ਵਿਸ਼ੇ ਭੋਗਣ ਲਈ ਆ ਕੇ ਬੈਠ ਜਾਂਦਾ ਹੈ। ਕਿ ਆਇਆ ਬੁੱਲਾ ਪਾਉਣ ਦਾ ਚੜ੍ਹਿਆ ਕੱਖ ਆਕਾਸ, ਢੈਂਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਕਿ ਘਰੋਂ ਤਾਂ ਨਿਕਲਦਾ ਹੈ ਕਿ ਮੈਂ ਸਾਧੂ ਬਣਨਾ ਹੈ, ਜੰਗਲਾਂ ਦੇ ਵਿੱਚ ਚਲਿਆ ਜਾਂਦਾ ਹੈ ਤੇ ਵਿਸ਼ੇ ਭੋਗਣ ਵਾਸਤੇ ਦੁਬਾਰਾ ਫੇਰ ਘਰਾਂ ਦੇ ਵਿੱਚ ਆ ਜਾਂਦਾ ਹੈ। ਜਿਵੇਂ ਹਵਾ ਦਾ ਬੁੱਲਾ ਆਉਂਦਾ ਹੈ, ਕੱਖ ਉੱਡ ਕੇ ਆਕਾਸ਼ ਦੇ ਵਿੱਚ ਚੜ੍ਹ ਜਾਂਦਾ ਹੈ ਤੇ ਹਵਾ ਰੁਕੀ ਤੋਂ ਕੱਖਾਂ ਦੇ ਵਿੱਚ ਹੀ ਡਿੱਗ ਪੈਂਦਾ ਹੈ। ਕਿ ਵਿਸ਼ਿਆਂ ਦੇ ਵਿੱਚੋਂ ਨਿਕਲ ਕੇ ਭਗਤੀ ਕਰਨ ਜਾਂਦਾ ਹੈ, ਆ ਕੇ ਵਿਸ਼ਿਆਂ ਦੇ ਵਿੱਚ ਹੀ ਫੇਰ ਫਸ ਜਾਂਦਾ ਹੈ। ਪੌੜੀ ਦੇ ਅੰਦਰ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਪੌੜੀ ਜਿਸ ਸਰਬ ਸੁਖ ਫਲ ਲੋੜੀਐ ਸੋ ਸੱਚ ਕਮਾਓ। ਜਿਸ ਪਰਮੇਸ਼ਰ ਤੋਂ ਸਰਬ ਸਾਰੇ ਧਰਮ ਅਰਥ ਕਾਮ ਮੋਖ ਆਦਿਕ ਸੁੱਖਾਂ ਦੇ ਫਲ ਦੀ ਚਾਹਨਾ ਪੂਰੀ ਹੁੰਦੀ ਹੈ, ਸੋ ਸੱਚ ਕਮਾਓ। ਸੋ ਉਸ ਦੇ ਸੱਚੇ ਨਾਮ ਨੂੰ ਕਮਾਉਣਾ ਕਰੋ। ਜਿਸ ਪਰਮੇਸ਼ਰ ਦੇ ਨਾਮ ਦੁਆਰਾ ਸਾਰੇ ਧਰਮ ਅਰਥ ਕਾਮ ਮੋਖ ਆਦਿਕ ਸੁੱਖਾਂ ਦੀ ਫਲਾਂ ਦੀ ਚਾਹਨਾ ਹੁੰਦੀ ਹੈ, ਉਸ ਨੂੰ ਉਸ ਦੇ ਸੱਚੇ ਨਾਮ ਨੂੰ ਕਮਾਉਣਾ ਕਰੋ, ਜੋ ਪਰਮੇਸ਼ਰ ਸਾਰੇ ਸੁੱਖ ਦੇਣ ਵਾਲਾ ਹੈ। ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਓ। ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ। ਕਿ ਇੱਕ ਅਦਵੈਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋ, ਜਿਸ ਕਰਕੇ ਪਾਰ ਬ੍ਰਹਮ ਪਰਮਾਤਮਾ ਨੂੰ ਨੇੜੇ ਕੋਲ ਹੀ ਦੇਖ ਲਓਗੇ। ਕਿ ਅੰਦਰ ਹੀ ਵਸ ਰਿਹਾ ਹੈ, ਅੰਦਰ ਹੀ ਖੋਜ ਲਓਗੇ। ਉਸ ਪਰਮੇਸ਼ਰ ਨੂੰ ਹਰ ਵੇਲੇ ਆਪਣੇ ਕੋਲ ਹੀ ਦੇਖਣਾ ਕਰੋਗੇ। ਹੋਏ ਸਗਲ ਕੀ ਰੇਣਕਾ ਹਾਰ ਰੰਗ ਸਮਾਵੋ। ਹੇ ਭਾਈ, ਸਾਰਿਆਂ ਦੇ ਚਰਨਾਂ ਦੀ ਰੇਣਕਾ ਧੂੜੀ ਹੋ ਕੇ ਫਿਰ ਹਰੀ ਦੇ ਨਾਲ ਮਿਲ ਜਾਓਗੇ, ਅਭੇਦ ਹੋ ਜਾਓਗੇ।
ਦੁਖ ਨ ਦੇ ਕਿਸੈ ਜੀ, ਪਤ ਸਿਉ ਘਰ ਜਾਵੋ। ਕਿਸੇ ਵੀ ਜੀਵ ਨੂੰ ਦੁੱਖ ਨਾ ਦਿਆ ਕਰੋ। ਜੇ ਦੁੱਖ ਨਾ ਦਿਓਗੇ ਤਾਂ ਇੱਜ਼ਤ ਦੇ ਸਹਿਤ ਤੁਸੀਂ ਸੱਚਖੰਡ ਰੂਪੀ ਘਰ ਵਿੱਚ ਪਹੁੰਚ ਜਾਓਗੇ। ਦੁੱਖ ਨਾ ਦੇਈ ਕਿਸੈ ਜੀ, ਪਤ ਸਿਉ ਘਰ ਜਾਓ, ਕਿ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਆ ਕਰੋ ਕਿ ਇਉਂ ਇੱਜ਼ਤ ਦੇ ਸਹਿਤ ਤੁਸੀਂ ਸੱਚਖੰਡ ਰੂਪੀ ਘਰ ਵਿੱਚ ਪਹੁੰਚ ਜਾਵੋਗੇ। ਪਤਿਤ ਪਨੀਤ ਕਰਤਾ ਪੁਰਖ, ਨਾਨਕ ਸੁਣਾਵੋ। ਜੋ ਪਤਿਤ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਕਰਤਾ ਕਰਤਾਰ ਪੁਰਖ ਪਰਮੇਸ਼ਰ ਹੈ, ਨਾਨਕ ਸੁਣਾਵੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਦੇ ਜਸ ਨੂੰ ਸਤ ਸੰਗਤ ਵਿੱਚ ਸੁਣਨ ਲਈ ਆਉਣਾ ਕਰੋ ਤੇ ਹੋਰਨਾਂ ਨੂੰ ਵੀ ਪ੍ਰਭੂ ਜਸ ਸੁਣਾਉਣਾ ਕਰੋ। ਸਲੋਕ ਦੋਹਾ ਮਹੱਲਾ ਪੰਜਵਾ। ਏਕ ਜੇ ਸਾਜਨ ਮੈਂ ਕੀਆ, ਸਰਬ ਕਲਾ ਸਮਰੱਥ, ਜਿਉ ਹਮਾਰਾ ਖੰਨੀਐ, ਹਰ ਮਨ ਤਨ ਸੰਦੜੀ ਬਥ। ਸਤਿਗੁਰੂ ਸਾਹਿਬ ਜੀ ਇੱਥੇ ਸ਼ਲੋਕ ਨੂੰ ਦੋਹਰਾ ਰੂਪ ਬਣਾ ਕੇ ਉਚਾਰਨ ਕਰਦੇ ਹਨ। ਸ਼ਲੋਕ ਅਤੇ ਦੋਹਾ ਦੋਵੇਂ ਇਕੱਤਰ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਏਕ ਜੇ ਸਾਜਣ ਮੈਂ ਕੀਆ, ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਇੱਕੋ ਜਿਹੜਾ ਅਕਾਲ ਪੁਰਖ ਹੈ ਉਸ ਨੂੰ ਅਸੀਂ ਆਪਣਾ ਲੋਕ ਪਰਲੋਕ ਦਾ ਸੱਜਣ ਬਣਾਉਣਾ ਕੀਤਾ ਹੈ। ਸਰਬ ਕਲਾ ਸਮਰੱਥ, ਉਹ ਸਾਰੀਆਂ ਕਲਾ ਸ਼ਕਤੀਆਂ ਕਰਕੇ ਸਮਰੱਥ ਬਲਵਾਨ ਹੈ। ਜਿਉ ਹਮਾਰਾ ਖੰਨੀਐ, ਕਿ ਸਾਡਾ ਜੀ ਉਸ ਪਰਮੇਸ਼ਰ ਦੇ ਤਾਈਂ ਖੰਨੀਐ ਟੁਕੜੇ ਟੁਕੜੇ ਹੋ ਜਾਵੇ, ਖੰਨੀਐ ਸਦਕੇ ਜਾਵੇ, ਕੁਰਬਾਨ ਕਰ ਦਈਏ। ਹਾਰ ਮਨ ਤਨ ਸੰਦੜੀ ਬਥ, ਹਰੀ ਤਾਂ ਸਾਡੇ ਮਨ ਹਿਰਦੇ ਤੇ ਤਨ ਸਰੀਰ ਦੀ ਸੰਦੜੀ ਦੀ ਬਥ ਵਸਤੂ ਹੈ ਕਿ ਅਸੀਂ ਉਸ ਪਰਮੇਸ਼ਰ ਤੋਂ ਟੁਕੜੇ ਟੁਕੜੇ ਹੋ ਜਾਈਏ। ਮਹੱਲਾ ਪੰਜਵਾ। ਜੇਕਰ ਗਹੇ ਪਿਆਰੜੇ, ਤੁਧ ਨ ਚੋਡਾ ਮੂਲ, ਹਰ ਸੋਡਨ ਸੇ ਦੁਰਜਨਾ, ਪੜ੍ਹੇ ਦੋਜਕ ਕੈ ਸੂਲ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਅੰਦਰ ਸਮਝਾ ਰਹੇ ਹਨ। ਜੇ ਕਰ ਗਹੇ ਪਿਆਰੜੇ, ਹੇ ਪਿਆਰੜੇ ਪਿਆਰੇ ਪਰਮੇਸ਼ਰ, ਜੇਕਰ ਤੁਸੀਂ ਸਾਡੇ ਮਨ ਰੂਪੀ ਕਰ ਹੱਥ ਨੂੰ ਪਾਕੜ ਲਵੋ, ਭਾਵ ਆਪਣੀ ਲਿਵ ਵਿੱਚ ਲਾ ਲਵੋ, ਤਾਂ ਤੁਧ ਨਾ ਛੋਡਾ ਮੂਲ, ਤਾਂ ਅਸੀਂ ਤੁਧ ਤੁਹਾਨੂੰ ਉੱਕਾ ਹੀ ਕਦਾਚਿਤ ਕਦੇ ਵੀ ਨਹੀਂ ਛੱਡਾਂਗੇ, ਭਾਵ ਹਰ ਵੇਲੇ ਤੇਰੇ ਨਾਮ ਨਾਲ ਜੁੜੇ ਰਹਾਂਗੇ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ, ਜੇਕਰ ਗਹੇ ਪਿਆਰੜੇ, ਤੁਧ ਨਾ ਛੋਡਾ ਮੂਲ। ਹੇ ਪਿਆਰੇ ਪਰਮੇਸ਼ਰ, ਜੇਕਰ ਤੁਸੀਂ ਸਾਡੇ ਮਨ ਰੂਪੀ ਹੱਥ ਨੂੰ ਪਕੜ ਲਵੋ, ਭਾਵ ਆਪਣੀ ਲਿਵ ਬਿਰਤੀ ਵਿੱਚ ਲਾ ਲਵੋ, ਤਾਂ ਅਸੀਂ ਤੁਧ ਨਾ ਛੋਡਾ ਮੂਲ, ਤਾਂ ਅਸੀਂ ਤੁਧ ਤੁਹਾਨੂੰ ਮੂਲ ਉੱਕਾ ਹੀ ਕਦਾਚਿਤ ਕਦੇ ਵੀ ਨਹੀਂ ਛੱਡਾਂਗੇ, ਭਾਵ ਹਰ ਵੇਲੇ ਤੇਰੇ ਨਾਲ ਜੁੜੇ ਰਹਾਂਗੇ। ਹਰ ਸੋਡਨ ਸੇ ਦੁਰਜਨਾ, ਪੜ੍ਹੇ ਦੋਜਕ ਕੈ ਸੂਲ। ਹੇ ਹਰ ਹਰੀ, ਜਿਹੜੇ ਤੈਨੂੰ ਛੱਡ ਦਿੰਦੇ ਹਨ ਸੇ ਉਹ ਦੁਰਜਨ ਖੋਟੇ ਪੁਰਖ ਹਨ, ਤੇ ਅੰਤ ਨੂੰ ਪੜ੍ਹੇ ਦੋਜਕ ਕੈ ਸੂਲ, ਅੰਤ ਨੂੰ ਦੋਜਕ ਨਰਕ ਦੇ ਸੂਲ ਦੁੱਖ ਵਿੱਚ ਪੜ੍ਹੇ ਪੈਣਗੇ। ਇਹ ਆਨੰਦ ਕਾਰਜ ਸਮੇਂ ਪਤੀ ਸਤੀ ਦੋਨਾਂ ਨੂੰ ਪਰਨ ਕਰਾਇਆ ਜਾਂਦਾ ਹੈ ਕਿ ਇਹ ਜੋ ਸ਼ਬਦ ਹੈ, ਸ਼ਬਦ ਦੀ ਵਿਚਾਰ ਸੰਸਾਰੀ ਜੀਵਾਂ ਨੂੰ ਸੰਸਾਰ ਦੇ ਵਿੱਚ ਜਿਉਣ ਵਾਸਤੇ ਵੀ ਦਿੱਤੀ ਜਾਂਦੀ ਹੈ, ਕਿਉਂਕਿ ਇਹ ਬਾਣੀ ਹੈ ਜਿਹੜੀ ਕਿ ਜੀਵਨ ਜਿਉਣ ਦੀ ਜਾਂਚ ਵੀ ਦੱਸਦੀ ਹੈ।
ਤੇ ਪ੍ਰਲੋਕ ਦੀ ਜਾਂਚ ਵੀ ਦੱਸਦੀ ਹੈ, ਪਰਮੇਸ਼ਰ ਦੇ ਨਾਲ ਮਿਲਣ ਦੀ ਜਾਂਚ ਵੀ ਦੱਸਦੀ ਹੈ। ਪਹਿਲਾਂ ਅੰਤਰੀ ਸ਼ਬਦ ਅਰਥ ਸਨ, ਹੁਣ ਸੰਸਾਰ ਦੇ ਲੋਕਾਂ ਵਾਸਤੇ ਇਹ ਅਰਥ ਹਨ। ਇਹ ਸ਼ਬਦ ਹੈ ਜਿਹੜਾ ਆਨੰਦ ਕਾਰਜ ਸਮੇਂ ਪਤੀ ਪਤਨੀ ਦੋਨਾਂ ਨੂੰ ਪਰਨ ਕਰਾਇਆ ਜਾਂਦਾ ਹੈ। ਪਤਨੀ ਕਹਿੰਦੀ ਹੈ ਕਿ ਹੇ ਮੇਰੇ ਪ੍ਰਾਣਾਂ ਦੇ ਪਤੀ, ਜੇਕਰ ਤੁਸੀਂ ਮੇਰੇ ਹੱਥ ਨੂੰ ਪਕੜਦੇ ਹੋ ਤਾਂ ਮੈਂ ਜਿਉਂਦੇ ਜੀ ਕਦੇ ਵੀ ਤੁਹਾਡਾ ਸਾਥ ਨਹੀਂ ਛੱਡਾਂਗੀ। ਅੱਗੋਂ ਪਤੀ ਵੱਲੋਂ ਪਰਨ ਕਰਾਇਆ ਜਾਂਦਾ ਹੈ। ਹਰ ਛੋਡਨ ਸੇ ਦੁਰਜਨਾ ਪੜ੍ਹੇ ਦੋਜਕ ਕੈ ਸੂਲ, ਕਿ ਹੇ ਇਸਤਰੀ, ਮੈਂ ਤੈਨੂੰ ਬੇਗੁਨਾਹ ਨੂੰ ਛੱਡ ਦੇਵਾਂ ਤਾਂ ਮੈਨੂੰ ਪਰਮੇਸ਼ਰ ਖੋਟਾ ਪੁਰਸ਼ ਜਾਣ ਕੇ ਨਰਕਾਂ ਦੇ ਦੁੱਖਾਂ ਵਿੱਚ ਪਾ ਦੇਵੇ, ਪਰ ਮੈਂ ਤੈਨੂੰ ਛੋਡਾਂਗਾ ਨਹੀਂ। ਜਦ ਪੱਲਾ ਪੜਵਾਇਆ ਜਾਂਦਾ ਹੈ ਪਰਮੇਸ਼ਰ ਦੇ ਸਾਹਮਣੇ, ਇਹ ਇੱਕ ਪਰਨ ਕਰਾਇਆ ਜਾਂਦਾ ਹੈ। ਇੱਕ ਦੂਜੇ ਦਾ ਸਾਥ ਨਹੀਂ ਛੱਡਣਾ ਚਾਹੀਦਾ, ਕਿਉਂਕਿ ਗੁਰੂ ਦੀ ਸ਼ਰਨ ਦੇ ਵਿੱਚ ਇਹ ਪੱਲਾ ਫੜਾਇਆ ਜਾਂਦਾ ਹੈ। ਮਹਾਰਾਜ ਜੀ ਨੇ ਅੱਗੇ ਪੌੜੀ ਦੇ ਅੰਦਰ ਸਮਝਾਉਣਾ ਕੀਤਾ ਹੈ। ਪੌੜੀ ਸਭ ਨਿਧਾਨ ਘਰ ਜਿਸ ਦਾ ਹਰ ਕਰੇ ਸੋ ਹੋਵੈ। ਹੇ ਭਾਈ, ਜਿਸ ਵਾਹਿਗੁਰੂ ਦੇ ਸੱਚਖੰਡ ਸਰੂਪ ਰੂਪੀ ਘਰ ਵਿੱਚ ਸਾਰੇ ਹੀ ਨਿਧਾਨ ਖਜ਼ਾਨੇ ਹਨ, ਉਹ ਹਰੀ ਪਰਮੇਸ਼ਰ ਜੋ ਕੁਝ ਕਰਦਾ ਹੈ ਸੋ ਹੋਵੈ, ਉਹ ਹੀ ਹੁੰਦਾ ਹੈ। ਸਭ ਨਿਧਾਨ ਘਰ ਜਿਸ ਦਾ ਹਰ ਕਰੇ ਸੋ ਹੋਵੈ। ਹੇ ਭਾਈ, ਜਿਸ ਵਾਹਿਗੁਰੂ ਦੇ ਸੱਚਖੰਡ ਰੂਪੀ ਘਰ ਵਿੱਚ ਸਾਰੇ ਹੀ ਖਜ਼ਾਨੇ ਹਨ, ਉਹ ਹਰੀ ਪਰਮੇਸ਼ਰ ਜੋ ਕੁਝ ਕਰਦਾ ਹੈ ਉਹ ਹੀ ਹੁੰਦਾ ਹੈ। ਜਪ ਜਪ ਜੀਵੇ ਸੰਤ ਜਨ, ਪਰਮੇਸ਼ਰ ਦੇ ਸੰਤ ਸਾਤ ਆਤਮਾ ਭਗਤ ਜਨ ਤਾਂ ਉਸ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕਰਕੇ ਜਿਉਂਦੇ ਹਨ। ਪਾਪਾਂ ਮਲ ਖੋਵੈ, ਉਹ ਨਾਮ ਰੂਪੀ ਸਾਬਣ ਨਾਲ, ਪ੍ਰੇਮ ਰੂਪੀ ਪਾਣੀ ਨਾਲ ਗੁਨਾਹਾਂ ਦੀ ਸਾਰੀ ਮੈਲ ਧੋ ਲੈਂਦੇ ਹਨ। ਚਰਨ ਕਮਲ ਹਿਰਦੈ ਵਸਹਿ, ਸੰਕਟ ਸਭ ਖੋਵੈ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਚਰਨ ਕਮਲ ਭਾਵ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ, ਉਹਨਾਂ ਦੇ ਜੰਮਣ ਮਰਨ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਨਿਵਰਤ ਹੋ ਜਾਂਦੇ ਹਨ। ਗੁਰਪੂਰਾ ਜਿਸ ਭੇਟੀਐ ਮਰ ਜਨਮ ਨਾ ਰੋਵੈ। ਜਿਨ੍ਹਾਂ ਨੂੰ ਪੂਰਨ ਸਤਿਗੁਰੂ ਸਾਹਿਬ ਜੀ ਮਿਲ ਪੈਂਦੇ ਹਨ, ਫਿਰ ਉਹ ਨਾ ਮਰਦਾ ਹੈ ਤੇ ਨਾ ਹੀ ਜਨਮਾਂ ਵਿੱਚ ਪੈਂਦਾ ਹੈ ਅਤੇ ਨਾ ਹੀ ਦੁੱਖ ਕਰਕੇ ਰੋਂਦਾ ਹੈ। ਪ੍ਰਭ ਦਰਸ ਪਿਆਸ ਨਾਨਕ ਘਣੀ, ਕਿਰਪਾ ਕਰ ਦੇਵੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਨੂੰ ਤਾਂ ਪਰਮੇਸ਼ਰ ਦੇ ਦਰਸ਼ਨਾਂ ਦੀ ਘਣੀ ਬਹੁਤੀ ਪਿਆਸ ਲੱਗੀ ਹੋਈ ਹੈ, ਤ੍ਰੇਹ ਲੱਗੀ ਹੋਈ ਹੈ, ਪਰ ਜੇਕਰ ਪੂਰੇ ਸਤਿਗੁਰੂ ਕਿਰਪਾ ਕਰ ਦੇਵੈ, ਕਿਰਪਾ ਦਇਆ ਦ੍ਰਿਸ਼ਟੀ ਕਰ ਦੇਣ, ਤਾਂ ਹੀ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਪਰਮੇਸ਼ਰ ਆਪਣਾ ਦਰਸ਼ਨ ਆਪ ਹੀ ਕਿਰਪਾ ਕਰਕੇ ਦਿੰਦਾ ਹੈ। ਸਲੋਕ ਦੱਖਣਾ ਮਹੱਲਾ ਪੰਜਵਾ। ਸਲੋਕ ਦੱਖਣਾ ਮਹੱਲਾ ਪੰਜਵਾ, ਇਹ ਲੰਮੇ ਦੇਸ਼ ਦੀ ਬੋਲੀ ਚੋਂ ਸਲੋਕ ਨੂੰ ਦੱਖਣਾ ਕਹਿੰਦੇ ਹਨ। ਦੱਖਣਾ ਵੀ ਇੱਕ ਛੰਦ ਹੈ, ਜਿਵੇਂ ਦੋਹਾ ਪਿੱਛੇ ਆਇਆ ਹੈ। ਦੱਖਣਾ ਦੱਸਣਾ ਭਾਵ ਸਿੱਖਿਆ ਦੇਣ ਵਾਲਾ, ਦਾਨ ਦੇਣ ਵਾਲਾ, ਉਪਦੇਸ਼ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ। ਭੋਰੀ ਭਰਮ ਮੁੰਝਾਏ ਪਿਰੀ ਮੁਹੱਬਤ ਹਿੱਕ ਤੂੰ। ਹੇ ਸੱਚੇ ਪਾਤਸ਼ਾਹ, ਮੇਰੀ ਬਿਰਤੀ ਰੂਪੀ ਭੋਰੀ ਇਹ ਭੋਲੀ ਹੈ। ਜਿਹੜੀ ਮੇਰੀ ਬਿਰਤੀ ਹੈ ਇਹ ਭੋਲੀ ਹੈ, ਭਾਵ ਮੈਨੂੰ ਸਮਝ ਨਹੀਂ ਹੈ। ਆਪ ਜੀ ਕਿਰਪਾ ਕਰਕੇ ਮੇਰੇ ਅੰਦਰੋਂ ਭਰਮ ਸੰਸੇ ਨੂੰ ਮੇਟ ਦਿਓ। ਤਾਂ ਅੱਗੇ ਮਹਾਰਾਜ ਜੀ ਕਥਨ ਕਰਦੇ ਹਨ, ਕਹਿੰਦੇ ਹਨ ਕਿ ਜੇਕਰ ਤੂੰ ਪਿਰੀ ਮੁਹੱਬਤ ਹਿੱਕ ਤੂੰ, ਜੇਕਰ ਤੂੰ ਭਰਮ ਗਵਾਉਣਾ ਚਾਹੁੰਦਾ ਹੈ
ਤਾਂ ਤੂੰ ਇੱਕ ਪਿਰੀ ਅਕਾਲ ਪੁਰਖ ਪਤੀ ਦੇ ਨਾਲ ਮੁਹੱਬਤ ਪ੍ਰੇਮ ਕਰ। ਹੇ ਮਹਾਰਾਜ, ਆਪ ਜੀ ਥੋੜ੍ਹੀ ਜਿਹੀ ਕਿਰਪਾ ਕਰਕੇ ਸਾਡੇ ਅੰਦਰੋਂ ਭਰਮ ਨੂੰ ਨਾਸ ਕਰ ਦਿਓ। ਸਾਡੇ ਅੰਤਸਕਰਨ ਵਿੱਚ, ਹਿਰਦੇ ਵਿੱਚ ਗਿਆਨ ਦਾ ਭੋਰੀ ਭਾਵ ਪ੍ਰਕਾਸ਼ ਕਰਕੇ ਅੰਦਰੋਂ ਭਰਮ ਨੂੰ ਗਵਾਉਣਾ ਕਰੋ। ਹੇ ਪਿਰੀ, ਹੇ ਪਰਮੇਸ਼ਰ, ਇੱਕ ਤੇਰੇ ਨਾਲ ਹੀ ਅਸੀਂ ਮੁਹੱਬਤ ਪ੍ਰੇਮ ਕਰਨਾ ਹੈ। ਇੱਕ ਤੂੰ ਹੀ ਸਾਡਾ ਹੈ। ਜਿੱਥੋਂ ਵੰਝੈ ਜਾਏ ਤਿਥਾਉ ਮੌਜੂਦ ਸੋਏ। ਹੇ ਵਾਹਿਗੁਰੂ, ਜਿੱਥੋਂ ਜਿਸ ਜਗ੍ਹਾ ਤੋਂ ਵੰਝੈ ਤੁਰੀਂਦਾ ਹੈ ਅਤੇ ਜਿੱਥੇ ਜਾਏ ਜਾਈਂਦਾ ਹੈ, ਉਹਨਾਂ ਤਿੰਨਾਂ ਥਾਵਾਂ ਵਿੱਚ ਹੀ ਤੁਸੀਂ ਮੌਜੂਦ ਪ੍ਰਗਟ ਹੋ। ਭਾਵ ਜਿੱਥੋਂ ਤੁਰੇ ਹਾਂ, ਜਿੱਥੇ ਤੁਰ ਰਹੇ ਹਾਂ, ਜਿੱਥੇ ਤੁਰ ਕੇ ਜਾਣਾ ਹੈ, ਤਿੰਨਾਂ ਥਾਵਾਂ ਵਿੱਚ ਤੁਸੀਂ ਇਸਤਤ ਰੂਪ ਵਿਆਪਕ ਹੋ। ਮਹੱਲਾ ਪੰਜਵਾ। ਚੜ੍ਹ ਕੈ ਘੋੜੜੈ ਕੁੰਦੇ ਪਕੜੇ ਖੂੰਡੀ ਦੀ ਖਿਡਾਰੀ। ਜੇਕਰ ਕੋਈ ਆਦਮੀ ਖੂੰਡੀ ਦੀ ਖੇਡ ਦਾ ਖਿਡਾਰੀ, ਖੇਲਣ ਵਾਲੀ ਘੋੜੜੇ ਉੱਪਰ ਚੜ੍ਹ ਕਰਕੇ ਬੰਦੂਕ ਦੇ ਕੁੰਦੇ, ਬੰਦੂਕ ਦੇ ਦਸਤੇ, ਬੰਦੂਕ ਦੀ ਪਿੱਠ 'ਚੋਂ ਲੱਕੜ ਹੁੰਦੀ ਹੈ, ਉਸ ਨੂੰ ਫੜ ਕੇ ਚਲਾਉਣਾ ਕਰੇ ਤਾਂ ਕਿਵੇਂ ਚਲਾ ਸਕਦਾ ਹੈ? ਜਿਹੜੇ ਅਸਵਾਰ ਹਨ ਉਹ ਘੋੜਿਆਂ ਉੱਪਰ ਚੜ੍ਹ ਕੇ ਬੰਦੂਕਾਂ ਦੇ ਕੁੰਦਿਆਂ ਨੂੰ ਪਕੜ ਲੈਂਦੇ ਹਨ। ਖੂੰਡੀ ਦੀ ਖੇਡ ਵਾਲੇ ਉਹਨਾਂ ਵਾਂਗ ਇਸ ਪ੍ਰਕਾਰ ਨੱਠ ਸਕਦੇ ਹਨ। ਇਸੇ ਪ੍ਰਕਾਰ ਖੂੰਡੀ ਦੀ ਖਿਡਾਰੀ ਦੀ ਨਿਆਈ ਦੁਨਿਆਵੀ ਵਿਵਹਾਰਾਂ ਵਿੱਚ ਫਸਿਆ ਹੋਇਆ ਪੁਰਸ਼ ਸ਼ਾਸਤਰ ਗਿਆਨ ਰੂਪੀ ਘੋੜੇ 'ਤੇ ਚੜ੍ਹ ਕੇ ਵੇਦਾਂ ਰੂਪੀ ਬੰਦੂਕਾਂ ਦੇ ਮਹਾਵਾਕਾਂ ਰੂਪੀ ਕੁੰਦੇ ਫੜ ਕੇ ਉਪਦੇਸ਼ ਕਰਨਾ ਚਾਹੁਣ ਤਾਂ ਉਹ ਕਿਵੇਂ ਕਰ ਸਕਣਗੇ? ਹਾਂਸਾਂ ਸੇਤੀ ਚਿੱਤ ਉਲਾਸੇ ਕੁੱਕੜ ਦੀ ਉਡਾਰੀ। ਜਿਵੇਂ ਕੁੱਕੜ ਮੁਰਗੇ ਦੀ ਉਡਾਰੀ ਤਾਂ ਛੋਟੀ ਜਿਹੀ ਹੁੰਦੀ ਹੈ, ਪਰ ਜੇਕਰ ਉਹ ਹਾਂਸਾਂ ਸੇਤੀ, ਹਾਂਸਾਂ ਨਾਲ ਉੱਡਣ ਦਾ ਮਨ ਵਿੱਚ ਉਤਸ਼ਾਹ ਕਰੇ, ਭਾਵ ਹਾਂਸਾਂ ਨਾਲ ਉੱਡਣ ਦੀ ਮਨ ਵਿੱਚ ਰੀਸ ਕਰੇ, ਤਾਂ ਉਹ ਕਿਵੇਂ ਉੱਡ ਸਕਦਾ ਹੈ? ਭਾਵ ਉੱਡ ਨਹੀਂ ਸਕਦਾ। ਕਿ ਦ੍ਰਿਸ਼ਟਾਂਤ ਹੈ ਜਿਵੇਂ ਕੁੱਕੜ ਦੀ ਉਡਾਰੀ ਰੂੜੀ ਉੱਪਰ, ਉਸ ਤੋਂ ਬਾਅਦ ਕੰਧ ਤੱਕਰ, ਉਸ ਤੋਂ ਬਾਅਦ ਕੋਠੇ ਉੱਪਰ ਜਾਣ ਤੱਕ ਹੁੰਦੀ ਹੈ। ਬਸ ਇਹ ਤਿੰਨ ਕੁ ਹੀ ਉਡਾਰੀਆਂ ਹਨ ਕੁੱਕੜ ਦੀਆਂ। ਜੇਕਰ ਕੁੱਕੜ ਹੰਸਾਂ ਦੀ ਰੀਸ ਕਰੇ ਕਿ ਮੈਂ ਵੀ ਹੰਸ ਵਾਂਗ ਉੱਡ ਸਕਦਾ ਹਾਂ, ਪਰ ਉਹ ਹੰਸ ਜਿਤਨੀ ਉਡਾਰੀ ਨਹੀਂ ਮਾਰ ਸਕਦਾ ਕੁੱਕੜ, ਕਿਉਂਕਿ ਹੰਸ 400 ਕੋ ਜਿਤਨਾ ਰਸਤਾ ਇੱਕ ਉਡਾਰੀ ਵਿੱਚ ਪਾਰ ਕਰ ਜਾਂਦਾ ਹੈ। ਭਾਵ ਹੰਸ ਦੀ ਉਡਾਰੀ ਬਹੁਤ ਲੰਬੀ ਹੁੰਦੀ ਹੈ। ਇਸੇ ਪ੍ਰਕਾਰ ਸਕਾਮੀ ਪੁਰਸ਼ ਦੀ ਕੁੱਕੜ ਦੀ ਪਹਿਲੀ ਉਡਾਰੀ ਵਾਂਗ ਵਿਸ਼ੇ ਰੂਪੀ ਰੂੜੀ ਤੱਕ ਹੀ ਉਡਾਰੀ ਹੈ। ਫਿਰ ਕੁੱਕੜ ਦੀ ਦੂਸਰੀ ਉਡਾਰੀ ਵਾਂਗ ਸਕਾਮੀ ਪੁਰਸ਼ ਪਦਾਰਥਾਂ, ਧਨ, ਸੰਤਾਨ ਆਦਿਕ ਵਿੱਚ ਇੱਛਾ ਕਰ ਰੂਪੀ ਕੰਧ ਤੱਕ ਹੀ ਉਡਾਰੀ ਮਾਰਦਾ ਹੈ। ਇਸ ਤੋਂ ਇਲਾਵਾ ਕੁੱਕੜ ਦੀ ਤੀਸਰੀ ਉਡਾਰੀ ਵਾਂਗ ਸਕਾਮ ਕਰਮਾਂ ਕਰਕੇ ਸਵਰਗ ਰੂਪੀ ਕੋਠੇ ਉੱਪਰ ਚੜ੍ਹਨ ਤੱਕ ਹੀ ਉਡਾਰੀ ਹੁੰਦੀ ਹੈ। ਭਾਵ ਸਕਾਮੀ ਪੁਰਸ਼ ਇੱਥੋਂ ਤੱਕ ਹੀ ਪਹੁੰਚ ਸਕਦਾ ਹੈ। ਜੇਕਰ ਸਕਾਮੀ ਪੁਰਸ਼ ਮਹਾਤਮਾ ਰੂਪੀ ਹੰਸਾਂ ਦੀ ਰੀਸ ਕਰੇ ਕਿ ਮੈਂ ਉਹਨਾਂ ਵਾਂਗ ਤੁਰੀਆ ਅਵਸਥਾ ਰੂਪੀ ਪਦਵੀ ਤੱਕ ਉਡਾਰੀ ਮਾਰ ਸਕਦਾ ਹਾਂ, ਤਾਂ ਉਸ ਦਾ ਕਹਿਣਾ ਸਭ ਬੇਅਰਥ ਹੀ ਹੈ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਰਸਨਾ ਉਚਰੈ ਹਰ ਸ਼ਰਾਵਣੀ ਸੁਣੈ ਸੋ ਉਧਰੈ ਮਿੱਤਾ। ਹੇ ਭਾਈ, ਜਿਹੜਾ ਰਾਸਨਾ ਕਰਕੇ, ਜਿਹਬਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਉਚਾਰਦਾ ਹੈ, ਹਰੀ ਦੇ ਨਾਮ ਨੂੰ ਸ਼ਰਾਵਣ ਕੰਨਾਂ ਦੁਆਰਾ ਸ਼ਰਾਵਣ ਕਰਦਾ ਹੈ, ਸੋ ਉਧਰੈ ਮਿੱਤਾ। ਹੇ ਮਿੱਤਾ, ਮਿੱਤਰਾ, ਉਹ ਪੁਰਸ਼ ਸੰਸਾਰ ਸਮੁੰਦਰ ਤੋਂ ਉਧਰ ਜਾਂਦਾ ਹੈ, ਤਰ ਜਾਂਦਾ ਹੈ। ਹਰ ਜਸ ਲਿਖੇ ਲਾਏ ਭਾਵਨੀ ਸੇ ਹਸਤ ਪਵਿੱਤਾ।
ਜਿਹੜੇ ਭਾਵਨੀ ਨਾਲ ਸਰਦਾ ਲਾ ਕੇ ਪਰਮੇਸ਼ਰ ਦੀ ਕੀਰਤੀ ਨੂੰ ਲਿਖਦੇ ਹਨ ਉਹ ਹੱਥ ਪਵਿੱਤਰ ਹਨ। ਜਿਹੜੇ ਭਾਵਨਾ ਦੀ ਕਲਮ ਬਣਾ ਕੇ ਮਨ ਰੂਪੀ ਕਾਗਜ਼ ਉੱਪਰ ਜਾਪਣ ਰੂਪੀ ਨਾਮ ਲਿਖਦੇ ਹਨ ਉਹ ਪ੍ਰੇਮ ਰੂਪੀ ਹੱਥ ਪਵਿੱਤਰ ਹਨ। 68 ਤੀਰਥ ਮੱਜਣਾ ਸਭ ਪੁੰਨ ਤਿੰਨ ਕੀਤਾ। ਉਹਨਾਂ ਨੇ 68 ਕੇ 68 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਕਰ ਲਏ ਹਨ ਅਤੇ ਸਾਰੇ ਪੁੰਨ ਸ਼ੁਭ ਕਰਮ ਤਿੰਨਾਂ ਨੇ ਕਰ ਲਏ ਹਨ। ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ। ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ ਕਿ ਜਿਨ੍ਹਾਂ ਨੇ ਭਾਵਨੀ ਸਰਦਾ ਲਾ ਕੇ ਪਰਮੇਸ਼ਰ ਦੀ ਕੀਰਤੀ ਲਿਖਣਾ ਕੀਤੀ ਹੈ ਹੱਥ ਉਹਨਾਂ ਦੇ ਪਵਿੱਤਰ ਹਨ। ਤੇ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ ਉਹ ਸੰਸਾਰ ਸਮੁੰਦਰ ਤੋਂ ਉਧਰ ਗਏ ਹਨ ਬਚ ਗਏ ਹਨ ਭਾਵ ਤਰ ਗਏ ਹਨ। ਜਿਨ੍ਹਾਂ ਨੇ ਵਿਸ਼ਿਆ ਰੂਪੀ ਕਿਲਾ ਜਿੱਤ ਲਿਆ ਹੈ। ਵਿਖਿਆ ਗੜ ਕਿਲਾ ਜਿੱਤ ਲਿਆ ਹੈ। ਨਾਨਕ ਲੜ ਲਾਏ ਉਧਾਰਿਆਨ ਦਈਓ ਸੇਬ ਅਮਿਤਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਦਈਓ ਪ੍ਰੇਰਕ ਪਰਮੇਸ਼ਰ ਦੀ ਸੇਵਾ ਕਰਦੇ ਹਨ ਉਹ ਫੋਕਟ ਕਰਮ ਕਾਂਡ ਰੂਪੀ ਮਰਜ਼ਾਦਾ ਤੋਂ ਰਹਿਤ ਹੋ ਜਾਂਦੇ ਹਨ। ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸਰਨ ਰੂਪੀ ਲੜ ਪੱਲੇ ਵਿੱਚ ਲਾ ਕੇ ਉਪਦੇਸ਼ ਦੇ ਕੇ ਉਧਾਰ ਦਿੱਤਾ ਹੈ ਉਹਨਾਂ ਨੂੰ ਧਾਰਨਾ ਕੀਤਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਨਾਨਕ ਲੜ ਲਾਏ ਉਧਾਰਿਆਨ ਦਇਓ ਪਰ ਸੇਵ ਅਮਿਤਾ ਕਿ ਸਤਿਗੁਰੂ ਜੀ ਕਥਨ ਕਰਦੇ ਹਨ ਜੋ ਦਇਓ ਪ੍ਰੇਰਕ ਪਰਮੇਸ਼ਰ ਦੀ ਸੇਵਾ ਕਰਦੇ ਹਨ ਉਹ ਫੋਕਟ ਕਰਮ ਕਾਂਡ ਰੂਪੀ ਮਰਜ਼ਾਦਾ ਤੋਂ ਰਹਿਤ ਹੋ ਜਾਂਦੇ ਹਨ ਤੇ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸਰਨ ਰੂਪੀ ਪੱਲੇ ਵਿੱਚ ਲਾ ਕੇ ਉਪਦੇਸ਼ ਦੇ ਕੇ ਉਹਨਾਂ ਦਾ ਉਧਾਰ ਕਰ ਦਿੱਤਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ